परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, भगत नामदेव जी की साखियां का आनंद माण रहे हाँ ते अज भी उन्हां दी साखियां का आनंद माणांगे। एक वारी नामदेव जी के मन विच फुरना होया कि प्रभु मैनू एक घोड़ी दे देवे तां चंगा होवेगा। नाले घोड़ी उत्ते कपड़े लाद लिया करांगा, नाले आप चढ़ के घाट ते चला जाया करांगा। ये सोचदे ही अर्ज कीती, भगवान मैनू एक घोड़ी दे दिओ। भगत की भावना पूर्ण करन वाले भगवान ने सोचा, जेकर मैं नामदेव नूं घोड़ी दे दित्ती तां इसनूं मेरी भगती भुल ही जाएगी। ये हर वेले घोड़ी की खातर विच ही लगा रहा करेगा। कदे लिद्द चुकनी, कदे पट्ठे ते घाह लियाना, कदे घोड़ी नूं मालिश करनी। इन्हां कामां विच लगे तो ना भगती हो सकेगी अते ना ही घर दा धंधा हो सकिया करेगा। जेकर ना देवां तां भगत दा फुरना झूठा हुंदा है। नामदेव नूं घोड़ी दे दुख दा पता नहीं, क्योंकि इसने घोड़ी दे सुख वाला पासा वेख्या है, दुख वाला पासा नहीं डिठा, तदे घोड़ी मंगी है। पहले इसनूं दुख वाला पासा विखा देवां, फिर भी जेकर इसने घोड़ी मंगी तद इसनूं घोड़ी दे दित्ती जाएगी। ਇਹ सोच के श्री विष्णु जी ने मुगल का रूप धार लिया अते घोड़ी उत्ते सवार होके तुर पए। जिथे नामदेव दरिया पर कपड़े धो रहा सी, उत्थे ही आके मुगल की घोड़ी सू पई। तां मुगल ने नामदेव नूं वगारी फाड़ लिया अते कहा, वछेरे नूं चुक के मेरे नाल चल। नामदेव ने बथेरी ना नुक्कर कीती, पर मुगल ने उसदी एक ना सुनी, सगों एक दो कोरड़े पिठ ते मार के अगे तक लिया अते वछेरी चुका के अगे तोर लिया। नामदेव वछेरी नूं चुक के हौली हौली तुरिया जांदा ते नाले मन विच कहंदा, वाह मेरे प्रभु, तू चंगी समझिया है। मैं तेथों घोड़ी चढ़न वास्ते मंगी सी अते तू चुकन लई दे दित्ती है। बीठल प्रभु ने हाछी कीनी, नीचे को मांगी ऊपर को दीनी। ਇਹ ਕਹਿੰਦਾ ਨਾਲੇ ਇਹ ਵਿਚਾਰ ਕਰਦਾ ਜਾਂਦਾ ਹੈ ਕਿ ਭਗਵਾਨ ਨੇ ਚੰਗਾ ਕੀਤਾ ਹੈ ਜੋ ਘੋੜੀ ਦੇਣ ਤੋਂ ਪਹਿਲੇ ਘੋੜੀ ਦੇ ਦੁੱਖ ਸੁੱਖ ਦਾ ਗਿਆਨ ਕਰਾ ਦਿੱਤਾ ਹੈ। ਭਲਾ ਜੇਕਰ ਮੇਰੀ ਘੋੜੀ ਇਸੇ ਤਰ੍ਹਾਂ ਰਾਹ ਵਿੱਚ ਸੂ ਪੈਂਦੀ ਤਾਂ ਮੇਰਾ ਵਿਗਾਰੀ ਕੌਣ ਬਣਦਾ। ਮੈਂ ਭਾਵੇਂ ਵਛੇਰੀ ਚੁੱਕਦਾ, ਭਾਵੇਂ ਕੱਪੜੇ ਚੁੱਕਦਾ ਅਤੇ ਭਾਵੇਂ ਘੋੜੀ ਨੂੰ ਤੁਰਾਈ ਲੈ ਜਾਂਦਾ। ਹਾਂਜੀ, ਘੋੜੀ ਤਾਂ ਉਹ ਹੀ ਰੱਖ ਸਕਦਾ ਹੈ ਜਿਸ ਦਾ ਹੁਕਮ ਤੁਰਦਾ ਹੈ। ਮੈਨੂੰ ਤਾਂ ਹੁਣ ਪਤਾ ਲੱਗਾ ਹੈ ਜੋ ਘੋੜੀ ਨੀਰੀ ਸੁਖਦਾਈ ਨਹੀਂ ਹੈ, ਸਗੋਂ ਇਸ ਦੇ ਸੁੱਖ ਨਾਲੋਂ ਦੁੱਖ ਬਹੁਤਾ ਹੈ। ਹਾਂ, ਇਸ ਨੂੰ ਖਾਣ ਵਾਸਤੇ ਵੀ ਵੱਡੀ ਭਾਰੀ ਭੰਡ ਘਾਹ ਦੀ ਚਾਹੀਦੀ ਹੈ। ਮੈਂ ਭੁੱਲ ਗਿਆ ਜੋ ਤੈਥੋਂ ਘੋੜੀ ਮੰਗੀ, ਮੈਨੂੰ ਇਸ ਦੁੱਖ ਵਿੱਚ ਨਾ ਫਸਾਈ। ਨਾਮਦੇਵ ਇਸ ਤਰ੍ਹਾਂ ਦੀਆਂ ਸੋਚਾਂ ਕਰਦਾ ਜਾਂਦਾ ਸੀ। ਇਸ ਕਰਕੇ ਹੌਲੀ ਹੌਲੀ ਤੁਰਦਾ ਤਾਂ ਉਸ ਮੁਗਲ ਨੇ ਕਿਹਾ, ਹੇ ਵਿਗਾਰੀ, ਛੇਤੀ ਛੇਤੀ ਤੁਰ। ਉਸ ਵੇਲੇ ਮੁਗਲ ਰੂਪ ਵਿਸ਼ਨੂੰ ਅਤੇ ਨਾਮਦੇਵ ਜੀ ਦੀ ਜੋ ਗੱਲਬਾਤ ਹੋਈ ਉਹ ਤਿਲੰਗ ਰਾਗ ਵਿੱਚ ਭਗਤ ਜੀ ਨੇ ਇਉਂ ਕਹੀ ਹੈ। ਹੱਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਊਂ ਹਉ ਬਲ ਬਲ ਜਾਊਂ, ਨਿੱਕੀ ਤੇਰੀ ਬੇਗਾਰੀ ਆਲੇ ਤੇਰਾ ਨਾਉ। ਇਹ ਸੁਣ ਕੇ ਉਸ ਮੁਗਲ ਨੇ ਵਿਸ਼ਨੂੰ ਰੂਪ ਹੋ ਕੇ ਨਾਮਦੇਵ ਨੂੰ ਦਰਸ਼ਨ ਦਿੱਤਾ ਅਤੇ ਦਰਸ਼ਨ ਕਰਕੇ ਨਾਮਦੇਵ ਪਰਮ ਆਨੰਦ ਹੋਇਆ। ਇੱਕ ਵਾਰੀ ਨਾਮਦੇਵ ਜੀ ਨੇ ਮੁਸਾਫਰੀ ਵਿੱਚ ਜਾਂਦਿਆਂ ਹੋਇਆਂ ਅੰਨ ਪਕਾਇਆ। ਅਜੇ ਉਹ ਅੰਨ ਚੋਪੜਿਆ ਨਹੀਂ ਸੀ। ਚੋਪੜਨ ਵਾਸਤੇ ਕੋਲ ਦੀ ਦੁਕਾਨ ਤੋਂ ਘਿਓ ਲੈਣ ਲਈ ਨਾਮਦੇਵ ਗਿਆ ਤਾਂ ਮਗਰੋਂ ਇੱਕ ਕੁੱਤੇ ਨੇ ਆ ਕੇ 2-3 ਰੋਟੀਆਂ ਚੁੱਕ ਲੀਆਂ ਤੇ ਤੁਰਦਾ ਹੋਇਆ। ਉਧਰੋਂ ਨਾਮਦੇਵ ਘਿਓ ਲੈ ਕੇ ਆਇਆ ਤਾਂ ਵੇਖਿਆ ਕਿ ਕੁੱਤਾ ਰੁੱਖੀਆਂ ਰੋਟੀਆਂ ਚੁੱਕ ਕੇ ਲੈ ਤੁਰਿਆ ਹੈ। ਭਗਤ ਜੀ ਘਿਓ ਦਾ ਕਟੋਰਾ ਲੈ ਕੇ ਕੁੱਤੇ ਦੇ ਮਗਰ ਤੁਰ ਪਏ ਅਤੇ ਕੁੱਤੇ ਨੂੰ ਹੀ ਠਾਕੁਰ ਰੂਪ ਸਮਝ ਕੇ ਆਵਾਜ਼ ਦਿੱਤੀ, ਠਾਕੁਰ ਰੁੱਖਰੀ ਨਾ ਖਾਇਓ, ਹਮਰੇ ਹਾਥ ਮੇ ਘੀ ਕਟੋਰਾ, ਆਪਣਾ ਬਾਂਟਾ ਲੈ ਕੇ ਜਾਇਓ। ਇਸ ਆਵਾਜ਼ ਨੂੰ ਸੁਣਦਾ ਹੀ ਕੁੱਤਾ ਭੱਜ ਉੱਠਿਆ। ਭਗਤ ਜੀ ਵੀ ਘਿਓ ਦਾ ਕਟੋਰਾ ਲੈ ਕੇ ਮਗਰ ਭੱਜ ਪਏ। 3-4 ਕੋ ਭੱਜੇ, 3 ਕੋ
3-4 को ਭੱਜੇ ਜਾਣ ਮਗਰੋਂ ਜੰਗਲ ਵਿੱਚ ਪੁੱਜੇ ਤਾਂ ਪ੍ਰਭੂ ਨੇ ਪ੍ਰਗਟ ਹੋ ਕੇ ਕਿਹਾ, ਨਾਮਦੇਵ ਤੂੰ ਵੀ ਚੰਗਾ ਹੈ ਜੋ ਮੈਨੂੰ ਕੁੱਤਾ ਸਮਝ ਕੇ ਠਾਕੁਰ ਠਾਕੁਰ ਆਵਾਜ਼ਾਂ ਨਹੀਂ ਭੱਜਾ ਜਾਂਦਾ ਹੈ। ਨਾਮਦੇਵ ਨੇ ਪ੍ਰਣਾਮ ਕਰਕੇ ਕਿਹਾ, ਸਰਬ ਰੂਪ ਤੇਰੇ ਨਾਰਾਇਣਾ। ਹੇ ਨਾਰਾਇਣ, ਜਦ ਸਾਰੇ ਰੂਪਾਂ ਵਿੱਚ ਤੂੰ ਹੀ ਹੈ ਤਾਂ ਕੁੱਤਾ ਸਾਰਿਆਂ ਤੋਂ ਭਿੰਨ ਤਾਂ ਨਹੀਂ ਹੈ। ਮੈਨੂੰ ਇਹੋ ਹੀ ਦਿਸ ਰਿਹਾ ਹੈ ਕਿ ਈਭੈ ਬੀਠੁਲ ਊਭੈ ਬੀਠੁਲ ਬੀਠੁਲ ਬਿਨ ਸੰਸਾਰ ਨਹੀਂ। ਥਾਨ ਥਨ ਅੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬਮਹੀ। ਇੱਕ ਦਿਨ ਨਾਮਦੇਵ ਜੀ ਆਪਣੀ ਨਿੱਤ ਵਾਲੇ ਘਾਟ ਉੱਤੇ ਕੱਪੜੇ ਧੋ ਰਹੇ ਸਨ। ਉੱਥੇ ਕੋਲ ਹੀ ਇੱਕ ਸਾਧੂ ਇਸ਼ਨਾਨ ਕਰਕੇ ਆਸਨ ਵਿਛਾ ਕੇ ਉਸ ਉੱਤੇ ਬੈਠ ਕੇ ਪਾਠ ਪੂਜਾ ਕਰਕੇ ਧਿਆਨ ਲਾ ਬੈਠਾ। ਇੰਨੇ ਨੂੰ ਇੱਕ ਆਦਮੀ ਨਹਾਉਣ ਵਾਸਤੇ ਆਇਆ। ਉਸਨੇ ਕੱਪੜੇ ਉਤਾਰ ਕੇ ਰੱਖ ਦਿੱਤੇ। ਲੱਕ ਨਾਲ ਰੁਪਈਆਂ ਦੀ ਬਾਂਸੁਰੀ ਬੱਧੀ ਹੋਈ ਸੀ। ਉਹ ਖੋਲ੍ਹ ਕੇ ਉਸਨੇ ਕੱਪੜਿਆਂ ਦੇ ਹੇਠਾਂ ਰੱਖ ਦਿੱਤੀ ਅਤੇ ਆਪ ਨਹਾਉਣ ਲਈ ਦਰਿਆ ਵਿੱਚ ਵੜ ਗਿਆ। ਜਦ ਉਸਨੇ ਟੁੱਬੀ ਮਾਰੀ ਤਾਂ ਉਸ ਭੇਖਧਾਰੀ ਨੇ ਉੱਠ ਕੇ ਉਸਦੇ ਕੱਪੜਿਆਂ ਹੇਠੋਂ ਬਾਂਸੁਰੀ ਖਿਸਕਾ ਕੇ ਆਪਣੇ ਆਸਣ ਹੇਠਾਂ ਰੱਖ ਲਈ ਅਤੇ ਉੱਤੇ ਬੈਠ ਕੇ ਪਹਿਲੇ ਵਾਂਗੂ ਹੀ ਅੱਖਾਂ ਮੀਟ ਕੇ ਸਮਾਧੀ ਸਥਿਤ ਹੋ ਬੈਠਾ। ਨਹਾਉਣ ਵਾਲੇ ਨੇ ਜਦ ਕੱਪੜੇ ਪਾ ਲਏ ਤਾਂ ਹੇਠੋਂ ਬਾਂਸੁਰੀ ਨਾ ਵੇਖ ਕੇ ਉਸਨੇ ਸਮਝਿਆ ਕਿ ਇਹ ਇੱਕ ਮਹਾਤਮਾ ਬੈਠਾ ਹੈ ਜੋ ਮੇਰੇ ਆਉਣ ਤੋਂ ਪਹਿਲੋਂ ਦਾ ਹੀ ਸਮਾਧੀ ਲਾਈ ਬੈਠਾ ਹੈ। ਹੋ ਸਕਦਾ ਹੈ ਇਸ ਨੂੰ ਮੇਰੇ ਇੱਥੇ ਆਉਣ, ਕੱਪੜੇ ਉਤਾਰਨ ਅਤੇ ਬਾਂਸੁਰੀ ਹੇਠਾਂ ਰੱਖ ਕੇ ਨਹਾਉਣ ਦਾ ਪਤਾ ਹੀ ਨਾ ਹੋਵੇ, ਕਿਉਂਕਿ ਇਹ ਤਾਂ ਕਈ ਚਿਰਾਂ ਤੋਂ ਅੱਖਾਂ ਮੀਟ ਕੇ ਬੈਠਾ ਰੱਬ ਨੂੰ ਯਾਦ ਕਰ ਰਿਹਾ ਹੈ। ਅਤੇ ਦੂਜਾ ਇਹ ਛਿੰਬਾ ਕੱਪੜੇ ਧੋਣ ਵਾਲਾ ਹੈ, ਇਸ ਨੇ ਮੇਰੀ ਬਾਂਸੁਰੀ ਚੁੱਕੀ ਹੋਣੀ ਹੈ ਅਤੇ 100 ਵਿਸਵਾ ਮੇਰੀ ਬਾਂਸੁਰੀ ਇਸੇ ਦੇ ਕੋਲ ਹੈ, ਕਿਉਂਕਿ ਇਹ ਗਰੀਬ ਹੈ। ਧਨ ਨੂੰ ਵੇਖ ਕੇ ਇਸ ਨੂੰ ਲੋਭ ਹੋ ਜਾਣਾ ਸੁਭਾਵਿਕ ਗੱਲ ਹੈ। ਦੂਜਾ ਹੋਰ ਕੋਈ ਇੱਥੇ ਆਇਆ ਹੀ ਨਹੀਂ, ਇਸ ਲਈ ਮੇਰਾ ਚੋਰ ਇਹੋ ਹੀ ਹੈ। ਇਹ ਵਿਚਾਰ ਕਰਕੇ ਉਸਨੇ ਨਾਮਦੇਵ ਦੇ ਗਲ ਦੁਪੱਟਾ ਪਾ ਲਿਆ ਅਤੇ ਕਹਿਣ ਲੱਗਾ, ਭਲੀ ਮਾਨਸੀ, ਨਾਲ ਮੇਰੀ ਬਾਂਸੁਰੀ ਦੇ ਦਿਓ, ਨਹੀਂ ਤਾਂ ਮੇਰੇ ਨਾਲ ਠਾਣੇ ਚੱਲੋ। ਨਾਮਦੇਵ ਨੇ ਉਸਨੂੰ ਬਥੇਰਾ ਕਿਹਾ ਕਿ ਮੈਂ ਤੇਰਾ ਚੋਰ ਨਹੀਂ ਹਾਂ, ਨਾ ਹੀ ਮੈਂ ਤੇਰੀ ਬਾਂਸੁਰੀ ਵੇਖੀ ਹੈ ਅਤੇ ਨਾ ਹੀ ਚੁੱਕੀ ਹੈ। ਪਰ ਉਸਨੇ ਨਾਮਦੇਵ ਦੀ ਇੱਕ ਨਾ ਸੁਣੀ ਅਤੇ ਮਾਰਨ ਕੁੱਟਣ ਲੱਗ ਪਿਆ। ਇਸ ਰੌਲੇ ਗੌਲੇ ਨੂੰ ਸੁਣ ਕੇ ਕਈ ਆਦਮੀ ਘਾਟ ਉੱਤੇ ਇਕੱਠੇ ਹੋ ਗਏ। ਕਈ ਨਾਮਦੇਵ ਨੂੰ ਸਮਝਾਉਂਦੇ ਅਤੇ ਕਈ ਉਸ ਨੂੰ ਧੀਰਜ ਦਿੰਦੇ। ਜਿਸ ਦੇ ਰੁਪਏ ਗੁਆਚੇ ਸਨ ਉਹ ਇਹੋ ਆਖੀ ਜਾਂਦਾ, ਇੱਥੇ ਇੱਕ ਇਹ ਮਹਾਤਮਾ ਬੈਠੇ ਰੱਬ ਨੂੰ ਚਿੰਤਨ ਕਰ ਰਹੇ ਹਨ। ਦੂਜਾ ਇਹ ਭੁੱਖਾ ਧੋਬੀ ਕੱਪੜੇ ਧੋ ਰਿਹਾ ਹੈ। ਇਹਨਾਂ ਦੋਹਾਂ ਤੋਂ ਬਿਨਾਂ ਤੀਜਾ ਹੋਰ ਕੋਈ ਆਇਆ ਹੀ ਨਹੀਂ, ਤਾਂ ਮੇਰੀ ਬਾਂਸੁਰੀ ਕੌਣ ਲੈ ਗਿਆ? ਇਹ ਮਹਾਤਮਾ ਹਨ ਜਿਹੜੇ ਘਰ-ਬਾਰ ਨੂੰ ਛੱਡ ਕੇ ਕੇਵਲ ਰੱਬ ਦੀ ਯਾਦ ਵਿੱਚ ਸਮਾਂ ਬਿਤਾ ਰਹੇ ਹਨ। ਉਹ ਤਾਂ ਕਦੇ ਚੋਰੀ ਕਰਦੇ ਹੀ ਨਹੀਂ। ਇਸ ਕਰਕੇ ਕੰਗਾਲ ਛਿੰਬਾ ਹੀ ਮੇਰਾ ਚੋਰ ਹੈ। ਮੈਂ ਇਸ ਨੂੰ ਕੋਟਵਾਲ ਕੋਲ ਲੈ ਜਾਂਦਾ ਹਾਂ, ਉੱਥੇ ਆਪੇ ਝੱਕ ਮਾਰ ਕੇ ਰੁਪਏ ਦੇਵੇਗਾ। ਇਹ ਕਹਿ ਕੇ ਉਸਨੇ ਨਾਮਦੇਵ ਦੇ ਗਲ ਪਰਨਾ ਪਾ ਕੇ ਖਿੱਚਿਆ ਤਾਂ ਭਗਤ ਜੀ ਡਿੱਗ ਪਏ। ਕਈਆਂ ਨੇ ਕਹਿ ਕੇ ਉਸ ਤੋਂ ਨਾਮਦੇਵ ਨੂੰ ਛੁਡਾਉਣ ਦਾ ਯਤਨ ਕੀਤਾ, ਪਰ ਉਸਨੇ ਨਾ ਛੱਡਿਆ ਅਤੇ ਰੌਲਾ ਵੱਧਦਾ ਹੀ ਗਿਆ। ਇਸ ਰੌਲੇ ਦੇ ਸ਼ੋਰ ਸ਼ਰਾਬੇ ਨਾਲ ਉਸ ਭੇਖੀ ਸਾਧੂ ਨੇ ਸਹਿਜੇ ਜਿਹੇ ਅੱਖਾਂ ਖੋਲ੍ਹੀਆਂ ਅਤੇ ਰੌਲੇ ਦਾ ਕਾਰਨ ਪੁੱਛਿਆ। ਕਿਸੇ ਨੇ ਕਿਹਾ, ਉਹ ਆਦਮੀ ਨਹਾਉਣ ਲੱਗਾ ਸੀ, ਉਸ ਦੀ ਬਾਂਸੁਰੀ ਕੱਪੜਿਆਂ ਹੇਠੋਂ ਚੋਰੀ ਹੋ ਗਈ ਹੈ। ਉਹ ਕਹਿੰਦਾ ਹੈ ਨਾਮਦੇਵ ਚੋਰ ਹੈ। ਉਹ ਉਸ ਨੂੰ ਥਾਣੇ ਵੱਲ ਖਿੱਚਦਾ ਹੈ। ਨਾਮਦੇਵ ਜਾਂਦਾ ਨਹੀਂ। ਇਹੋ ਰੌਲਾ ਪੈ ਰਿਹਾ ਹੈ। ਸੰਤ ਨੇ ਸੋਚਿਆ, ਅਜੇ ਤੱਕ ਤਾਂ ਮੇਰੇ ਉੱਤੇ ਕਿਸੇ ਦਾ ਸ਼ੱਕ ਨਹੀਂ ਹੋਇਆ। ਜੇ ਮੈਂ ਚੁੱਪ ਕਰਕੇ ਬੈਠਾ ਰਿਹਾ ਤਾਂ ਕੋਈ ਮੇਰੇ ਪਰ ਸ਼ੱਕ ਨਾ ਕਰ ਲਵੇ। ਇਸ ਲਈ ਉਹ ਹੌਲੀ ਜਿਹੀ ਆਸਨ ਤੋਂ ਉੱਠ ਕੇ ਅੱਗੇ ਹੋਇਆ ਅਤੇ ਜਿਸ ਦੇ ਰੁਪਏ ਚੁੱਕੇ ਗਏ ਸਨ ਉਸ ਨੂੰ ਬੁਲਾ ਕੇ ਉਪਦੇਸ਼ ਕਰਨ ਲੱਗਾ। ਮਾਇਆ झूठी है, ये उपद्रव और पापों का मूल है। जो तुम्हारी होती तो तुम्हारे पास रहती, वो तुम्हारी नहीं थी। अब सब्र करो, संतोष में ही सुख है। याद इस गरीब को थाने ले जाओगे, यदि इस गरीब को थाने ले जाओगे तो इससे तुमको रुपए तो मिलने के नहीं हैं, परंतु तुम्हें और कष्ट झेलना पड़ेगा और इस कंगले धोबी के बाल बच्चों का तुझे श्राप लगेगा।
ਉਹ ਤਾਂ ਇੱਧਰ ਇਸ ਤਰ੍ਹਾਂ ਦਾ ਉਪਦੇਸ਼ ਕਰ ਰਿਹਾ ਸੀ। ਉੱਧਰ ਭਗਤ ਦੇ ਪਿਆਰੇ ਭਗਵਾਨ ਨੇ ਸੋਚਿਆ, ਮੇਰੇ ਭਗਤ ਨੂੰ ਝੂਠੀ ਹੀ ਚੋਰੀ ਦੀ ਤੋਹਮਤ ਲੱਗ ਗਈ ਹੈ, ਮੈਂ ਆਪਣੇ ਭਗਤ ਦੀ ਰੱਖਿਆ ਕਰਾਂ। ਅਜਿਹਾ ਸੋਚ ਕੇ ਭਗਵਾਨ ਨੇ ਪਵਨ ਦੇਵਤੇ ਨੂੰ ਹੁਕਮ ਕੀਤਾ। ਪਰਮਾਤਮਾ ਦਾ ਹੁਕਮ ਹੁੰਦੇ ਹੀ ਹਵਾ ਦਾ ਇੱਕ ਅਜਿਹਾ ਬੁੱਲਾ ਆਇਆ ਜਿਸ ਨਾਲ ਸੰਤ ਦਾ ਆਸਣ ਉੱਡ ਗਿਆ ਅਤੇ ਹੇਠਾਂ ਪਈ ਹੋਈ ਬਾਂਸੁਰੀ ਨੰਗੀ ਹੋ ਗਈ। ਉਸ ਬਾਂਸੁਰੀ ਨੂੰ ਵੇਖ ਕੇ ਹੀ ਲੋਕਾਂ ਨੇ ਕਹਿ ਦਿੱਤਾ, ਵੇਖੋ ਵੇਖੋ, ਸੰਤ ਬਣ ਕੇ ਚੋਰੀਆਂ ਕਰਦਾ ਹੈ। ਵਿਚਾਰਾ ਗਰੀਬ ਨਾਮਦੇਵ ਸੱਚਾ ਹੈ, ਉਸ ਨੂੰ ਐਵੇਂ ਹੀ ਇਹ ਮਾਰ ਰਿਹਾ ਹੈ। ਉਸਨੇ ਵੀ ਨਾਮਦੇਵ ਨੂੰ ਛੱਡ ਦਿੱਤਾ ਅਤੇ ਉਸ ਭੇਖੀ ਸਾਧੂ ਦੇ ਗਲ ਸਾਫਾ ਪਾ ਲਿਆ। ਨਾਮਦੇਵ ਜੀ ਨੇ ਕਹਾ ਕੇ ਉਸ ਨੂੰ ਛੁਡਵਾ ਦਿੱਤਾ ਅਤੇ ਉਪਦੇਸ਼ ਦੇਣ ਵਾਸਤੇ ਇਹ ਸ਼ਬਦ ਉਚਾਰਿਆ, ਆਸਾ साप कूंच छोड़ै बिख नहीं छाड़ै, उदक माहे जैसे बग ध्यान मांडै, काहे कहो कीजे ध्यान जपन्ना, जब ते सुध नहीं माने अपना, सिंगच भोजन जो नर जानै, ऐसे ही ठग देओ बखानै, नामे के स्वामी लाहे ले चगरा, राम रसायन पियो रे चगरा। ਇਸ ਉਪਦੇਸ਼ ਨੂੰ ਸੁਣ ਕੇ ਉਸਨੇ ਕੀਤੇ ਕਰਮਾਂ ਪਰ ਪਛਤਾਵਾ ਕੀਤਾ ਅਤੇ ਅੱਗੇ ਨੂੰ ਨਾਮਦੇਵ ਜੀ ਦਾ ਚਰਨ ਸੇਵਕ ਹੋ ਕੇ ਪ੍ਰੇਮਾ ਭਗਤੀ ਕਰਨ ਲੱਗ ਪਿਆ। ਸਾਧ ਸੰਗਤ ਜੀ, ਇਹ ਨਾਮਦੇਵ ਜੀ ਨੇ ਜਿਹੜੀ ਵੀ ਗੁਰਬਾਣੀ ਉਚਾਰੀ ਹੋਈ ਹੈ ਉਹਦੀ ਸਾਖੀਆਂ ਹਨ ਅਤੇ ਇਹ ਸਾਖੀਆਂ ਦਾ ਅਸੀਂ ਆਨੰਦ ਮਾਣ ਰਹੇ ਹਾਂ। ਸਾਰੇ ਹੀ ਆਖੀਏ, ਭਗਤ ਨਾਮਦੇਵ ਜੀ, ਧੰਨ ਧੰਨ ਭਗਤ ਨਾਮਦੇਵ ਜੀ। ਇਹ ਇੱਕ ਦਿਨ ਦੀ ਹੋਰ ਹੈਗੀਆਂ ਸਾਖੀਆਂ, ਅਸੀਂ ਹੋਰ ਸਾਖੀਆਂ ਦਾ ਵੀ ਆਨੰਦ ਮਾਣਾਂਗੇ। ਸਾਰੇ ਆਖ ਲਈਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ।